परम सत्कारयोग सतगुरां दी साजी निवाजी गुरु रूप प्यारी गुरु सवारी साध संगत जी। गुरु दरबार नितनेम कर्म अनुसार परमेश्वर दे घर दियां हाजरियां, जिंदगी दे कुछ अहम पल सफलियां करन दे यतन कीते हन। इस तो पहला आप जी ने गुरसिखां दी पावन पवित्र रसना तो श्री गुरु ग्रंथ साहिब जी महाराज जियां दी पावन पवित्र गुरबाणी सरवण कीती है। जिस भी प्राणी ते महान किरपा सतगुरां दी हुंदी है, उन्हां नूं गुरबाणी पढ़नी सुननी, इतिहास गाउणा सुणना सुनना चंगा लगदा है। परमेश्वर जी किरपा करदे हन, भाग जागे की यह निशानी, मीठी लागै गुर की बानी। उन्हां नूं परमेश्वर दे जिहड़े बचन ने बड़े प्यारे लगदे ने ते ओ वचनां नूं ओ अपनी जिंदगी दे अंदर मन के अमल करदे हन। अपनी जिंदगी नूं सिद्धे रस्ते ते पाउण दे यतन करदे ने, जिन्हां नूं सतगुरां दी गुरबाणी बड़ी प्यारी लगदी है। हुक्म सुनिया ते हुक्म नूं मन भी लेंदे हन। जिन्हां ने गुरु दे हुक्म नूं मन्निया ते गुरु दी किरपा दे नाल उन्हां ने अपनी जिंदगी जिहड़ी है वो सफली कर ली है। गुरु साहिब जी महाराज धन साहिब श्री गुरु गोबिंद सिंह जी महाराज जदों आनंदपुर साहिब की धरती ते महाराज दे दीवान सजे ने, सजे हुए दीवानां दे विच अमृत वेले संपूर्ण आसा दी वार दा कीर्तन होए। आसा दी वार कीर्तन नितनेम कर्म अनुसार जिन्नी भी मर्यादा महाराज ने उन्हां समयां दे विच बनाई सी, वो सारी दी सारी मर्यादा नूं बड़े सुचज्जे ढंग दे नाल महाराज ने सोधिया ते महाराज दे दो सिंह जदों दीवान सजदा हुंदा सी महाराज दा, दो सिंह महाराज दे नाल बराबर खड़े हुंदे सी। वो सिंह सी भाई आलम अते भाई मान सिंह। ये महाराज जिथे भी जांदे नाल जांदे, जिथे भी महाराज बैठदे उत्थे ही ये नाल बैठदे, महाराज दे बराबर खड़दे सन। इन्हां नूं हजूरी सिंह कहा जांदा सी। महाराज दे हमेशा हजूरी दे विच रहना। इन्हां नूं हजूरी ਸਿੰਘਾਂ नूं महाराज ने अमृत वेले भाई आलम नूं हुक्म कीता, कहंदे आलम एक घड़ा भर के पानी दा लेके आ। एक घड़ा भर के भाई आलम ने महाराज के सामने होकर बेनती की, हुक्म महाराज तो लेता।
ਹੁਕਮ ਲੈ ਕੇ ਤੇ ਘੜਾ ਭਰ ਕੇ ਮਹਾਰਾਜ ਦੇ ਕੋਲੇ ਪਾਣੀ ਦਾ ਰੱਖਤਾ। ਇੱਕੋ ਵਾਰੀ ਮਹਾਰਾਜ ਦਾ ਹੁਕਮ ਸੁਣਿਆ ਤੇ ਇੱਕੋ ਵਾਰੀ ਉਹਨੂੰ ਮੰਨ ਲਿਆ। ਮਨੁੱਖਤਾ ਦੀ ਜ਼ਿੰਦਗੀ ਇੰਨੀ ਮੈਲ ਨਾਲ ਭਰ ਗਈ ਹੈ, ਇਹ ਕਰੋੜਾਂ ਵਾਰੀ ਮਹਾਰਾਜ ਦੇ ਹੁਕਮ ਨੂੰ ਸੁਣਦਾ ਹੈ ਪਰ ਮੰਨਦਾ ਇੱਕ ਵਾਰੀ ਵੀ ਨਹੀਂ ਹੈ। ਉਹ ਸਿੱਖ ਸੀ ਮਹਾਰਾਜ ਦੇ, ਹਜੂਰੀਆ ਸਿੰਘ ਨੇ ਲਿਆ ਕੇ ਘੜਾ ਭਰ ਕੇ ਪਾਣੀ ਦਾ ਰੱਖਤਾ ਮਹਾਰਾਜ ਕੋਲੇ। ਮਹਾਰਾਜ ਕੋਲੇ ਰੱਖ ਦਿੱਤਾ ਤੇ ਇੱਕ ਮਹਾਰਾਜ ਨੇ ਆਪਣੇ ਖੀਸੇ ਦੇ ਵਿੱਚੋਂ ਪੱਥਰ ਕੱਢਿਆ। ਪੱਥਰ ਕੱਢ ਕੇ ਮਹਾਰਾਜ ਜੀਆਂ ਨੇ ਉਸ ਪੱਥਰ ਨੂੰ ਘੜੇ ਦੇ ਵਿੱਚ ਸੁੱਟ ਦਿੱਤਾ। ਦੇਖਣ ਵਾਲੀ ਸਾਰੀ ਸੰਗਤ ਬੜੀ ਹੈਰਾਨ ਹੈ। ਕਹਿੰਦੇ ਇਹ ਮਹਾਰਾਜ ਦੇ ਕੀ ਕੌਤਕ ਨੇ। ਇਹ ਮਹਾਰਾਜਿਆਂ ਦੇ ਆਪਣੇ ਰਚੇ ਹੋਏ ਕੌਤਕ ਨੇ। ਜਦੋਂ ਗੁਰੂ ਸਾਹਿਬ ਜੀ ਮਹਾਰਾਜ ਪੀਰ ਅਮੀਰ ਦੀਨ ਦੇ ਨਾਲ ਅੰਬਾਲੇ ਸ਼ਹਿਰ ਦੇ ਵਿੱਚ ਮਹਾਰਾਜ ਦੀ ਮੁਲਾਕਾਤ ਹੋਈ ਤੇ ਉੱਥੇ ਸੀ ਜਿਹੜਾ ਬਾਜ ਸੀ, ਜਿਹੜਾ ਬਾਜ ਦੇ ਵਾਸਤੇ ਪੀਰ ਅਮੀਰ ਖਾਨ ਕਹਿਣ ਲੱਗਿਆ ਜੀ ਮੈਂ ਤੁਹਾਡੇ ਬਾਜ ਦੇ ਨਾਲ ਆਪਣੇ ਬਾਜ ਨੂੰ ਲੜਾਉਣਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਪੀਰ ਅਮੀਰ ਖਾਨ ਬਾਜ ਦੇ ਨਾਲ ਬਾਜ ਤੇ ਲੜਦੇ ਦੇਖੇ ਨੇ, ਪਰ ਜਿਹੜਾ ਵੀ ਤੂੰ ਬਾਜ ਲੈ ਕੇ ਆਏਗਾ ਅਸੀਂ ਤੇਰੇ ਬਾਜ ਦੇ ਨਾਲ ਚਿੜੀਆਂ ਲੜਾਵਾਂਗੇ। ਹੁਣ ਉਹ ਬੜਾ ਹੈਰਾਨ, ਕਹਿੰਦਾ ਬਾਜ ਦੇ ਨਾਲ ਚਿੜੀਆਂ ਕਿਵੇਂ ਲੜਨੀਆਂ, ਬਾਜ ਦੀ ਤੇ ਚਿੜੀਆਂ ਖੁਰਾਕ ਨੇ। ਇਹ ਜਿਹੜਾ ਅੰਬਾਲਾ ਸ਼ਹਿਰ ਹੈ ਇਸ ਦੇ ਨੇੜੇ ਸੀ। ਉਹ ਪੀਰ ਅਮੀਰ ਖਾਂ ਕਹਿਣ ਲੱਗਾ ਲੈ ਚਿੜੀਆਂ ਦਾ ਕੀ ਹੈ ਬਾਜ ਦੇ ਅੱਗੇ। ਜਦੋਂ ਨੇ ਆਪਣਾ ਬਾਜ ਛੱਡਿਆ ਨਾ ਉਸ ਬਾਗ ਦੇ ਵਿੱਚ, ਬਾਗ ਦੇ ਦਰਖਤ ਦੇ ਉੱਪਰ 2 ਚਿੜੀਆਂ ਬੈਠੀਆਂ ਸੀ, ਸਿਰਫ 2। ਤੇ ਮਹਾਰਾਜ ਨੇ ਬੈਠੇ ਬੈਠਿਆਂ ਨੇ ਇਸ਼ਾਰਾ ਕੀਤਾ ਸੀ। ਬੈਠੇ ਬੈਠਿਆਂ ਨੇ ਜਿਉਂ ਇਸ਼ਾਰਾ ਕੀਤਾ ਤੇ ਪੀਰ ਅਮੀਰ ਖਾਨ ਦੇ ਬਾਜ ਦੇ ਮਗਰ 2 ਚਿੜੀਆਂ ਪੈ ਗਈਆਂ। ਕਾਫੀ ਲੰਮੇ ਸਮੇਂ ਤੱਕ ਲੜਾਈ ਹੁੰਦੀ ਰਹੀ। ਇਹ ਲੜਾਈ ਚੱਲਦੀ ਰਹੀ ਧਰਤੀ ਤੇ ਨਹੀਂ, ਆਕਾਸ਼ ਦੇ ਵਿੱਚ ਉੱਡਦਿਆਂ ਉੱਡਦਿਆਂ। ਬਾਜ ਵੀ ਉੱਡ ਰਿਹਾ ਸੀ ਤੇ ਚਿੜੀਆਂ ਵੀ ਉਹਦੇ ਮਗਰ ਸੀ। ਅਕਸਰ 2.5 ਕੋਹ ਤੇ ਜਾ ਕੇ ਦੋਨਾਂ ਚਿੜੀਆਂ ਨੇ ਬਾਜ ਨੂੰ ਜ਼ਖਮੀ ਕਰਕੇ ਧਰਤੀ ਤੇ ਸੁੱਟ ਲਿਆ ਤੇ ਮਾਰਤਾ। ਪੀਰ ਅਮੀਰ ਖਾਨ ਨੂੰ ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਇਸ ਦੁਨੀਆ ਦੇ ਵਿੱਚ ਹਮੇਸ਼ਾ ਹੀ ਉਸ ਨੂੰ ਬਹੁਤ ਉੱਚਾ ਸਮਝਿਆ ਜਾਂਦਾ ਜਿਹੜਾ ਤਾਕਤਵਰ ਹੋਵੇ, ਪਰ ਗੁਰੂ ਦੇ ਘਰ ਦੇ ਵਿੱਚ ਹਮੇਸ਼ਾ ਹੀ ਮਾਨਤਾ ਮਿਲਦੀ ਹੈ ਨਿਮਾਣਿਆਂ ਨੂੰ। ਗੁਰੂ ਦੇ ਘਰ ਦੇ ਵਿੱਚ ਤੇ ਨਿਤ ਅਰਦਾਸ ਹੁੰਦੀ ਹੈ, ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ ਨਿਧਰਿਆਂ ਦੀ ਧਿਰ, ਨਗਤਿਆਂ ਦੀ ਗਤ ਨਿਪੱਤਿਆਂ ਦੇ ਪੱਤ, ਨਿਆਸਰਿਆਂ ਦੇ ਆਸਰੇ। ਨਿਤਨੇਮ ਕਰਮ ਅਨੁਸਾਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ।
ਹੰਕਾਰੀ ਮਨੁੱਖ ਜਿਹੜਾ ਚੜ੍ਹ ਕੇ ਆਇਆ ਹੈ ਉਸ ਨੂੰ ਇੱਥੋਂ ਮਾਰ ਪੈਣੀ ਹੈ। ਜਿਹੜਾ ਇਸ ਜਗ੍ਹਾ 'ਤੇ ਨਿਮਰਤਾ ਦੇ ਨਾਲ ਆਇਆ ਉਸ ਨੂੰ ਇਸ ਜਗ੍ਹਾ ਤੋਂ ਮਾਣ ਮਿਲਣਾ ਹੈ। ਨਿਮਰਤਾ ਦੇ ਪੁੰਜ ਭਾਈ ਆਲਮ ਸਿੰਘ ਜਦੋਂ ਪੱਥਰ ਸੁੱਟ ਦਿੱਤਾ, ਫਿਰ ਮਹਾਰਾਜ ਨੇ ਇੱਕ ਸਵਾਲ ਕੀਤਾ ਸੰਗਤ ਤੇ ਸਾਰੀ ਤੇ। ਮਹਾਰਾਜ ਕਹਿਣ ਲੱਗੇ, ਭਾਈ ਜਿਹੜਾ ਘੜੇ ਦੇ ਵਿੱਚ ਪੱਥਰ ਸੁੱਟਿਆ ਇਹ ਡੁੱਬ ਗਿਆ ਕਿ ਤੈਰਦਾ? ਹੁਣ ਅੱਡੋ ਅੱਡੀ ਸਭ ਦੀ ਬੁੱਧੀ ਹੁੰਦੀ ਹੈ, ਕੋਈ ਕਿਸੇ ਪ੍ਰਕਾਰ ਦੀ ਬੁੱਧੀ ਲਈ ਬੈਠਾ ਹੁੰਦਾ ਹੈ, ਕੋਈ ਕਿਸੇ ਪ੍ਰਕਾਰ ਦੀ। ਕੋਈ ਕਿਸੇ ਪ੍ਰਕਾਰ ਦੀ ਬੁੱਧੀ ਚਾਹੁੰਦਾ ਹੈ, ਕੋਈ ਕਿਸੇ ਪ੍ਰਕਾਰ ਦੀ ਬੁੱਧ ਚਾਹੁੰਦਾ ਹੈ। ਕਈਆਂ ਨੇ ਤੇ ਬੈਠਿਆ ਨਹੀਂ ਕਹਿਤਾ, ਕਹਿੰਦੇ ਲੈ ਮਹਾਰਾਜ ਨੂੰ ਪਤਾ ਨਹੀਂ ਇਸ ਗੱਲ ਦਾ ਵੀ ਜਦੋਂ ਪਾਣੀ ਦੇ ਵਿੱਚ ਪੱਥਰ ਸੁੱਟਾਂਗੇ ਤੇ ਪੱਥਰ ਤੇ ਡੁੱਬੇਗਾ। ਬੈਠਿਆ ਨਹੀਂ ਕਹਿਤਾ ਜਿਹੜੇ ਕੋਈ ਜ਼ਿਆਦਾ ਸਿਆਣੇ ਸੀ, ਕਿਉਂਕਿ ਮਨੁੱਖ ਦੀ ਆਪਣੀ ਹੋਂਦ ਹੈ ਤੇ ਆਪਣੀ ਹੋਂਦ ਦੇ ਅੰਦਰ ਮਨੁੱਖ ਤਕਰੀਬਨ ਆਪਣੇ ਆਪ ਨੂੰ ਸਿਆਣਾ ਹੀ ਸਮਝਦਾ ਹੁੰਦਾ ਹੈ। ਇਹ ਆਪਣੇ ਆਪ ਨੂੰ ਕਦੇ ਨਹੀਂ ਸਮਝਦਾ ਹੁੰਦਾ ਕਿ ਮੈਂ ਗਲਤ ਫਹਿਮੀਆਂ ਦੇ ਵਿੱਚ ਤੁਰਿਆ ਫਿਰਦਾ, ਹਮੇਸ਼ਾ ਆਪਣੇ ਆਪ ਨੂੰ ਸਿਆਣਾ। ਇਹ ਇਕੱਲਾ ਆਪਣੇ ਆਪ 'ਤੇ ਵਸ ਨਹੀਂ ਕਰਦਾ ਕਿ ਮੈਂ ਸਿਆਣਾ ਹੈ, ਨਾਲ ਇਹ ਇਸ ਗੱਲ 'ਤੇ ਵੀ ਖੜਾ ਹੁੰਦਾ ਹੈ ਕਿ ਇਕੱਲਾ ਮੈਂ ਹੀ ਸਿਆਣਾ, ਬਾਕੀ ਤਾਂ ਸਾਰੀ ਦੁਨੀਆ ਪਾਗਲਾਂ ਦੀ ਤੁਰੀ ਫਿਰਦੀ ਹੈ। ਤਕਰੀਬਨ ਇਹਦੀ ਜ਼ਿੰਦਗੀ ਦਾ ਇਹੋ ਹੀ ਮੇਨ ਮਨੋਰਥ ਰਹਿ ਗਿਆ ਹੈ। ਅਜੋਕੇ ਸਮੇਂ ਦੇ ਮਨੁੱਖ ਦੇ ਵਿੱਚ ਤੇ ਇਹਨਾਂ ਗੱਲਾਂ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਉਹ ਆਪਣੀ ਹੀ ਗੱਲ ਰੱਖਦਾ ਹੈ, ਦੂਸਰੇ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ। ਤੇ ਮੂਰਖ, ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਮੂਰਖ ਕਿਹਨੂੰ ਕਿਹਾ? ਮੂਰਖ ਦੇ ਅਰਥ ਨੇ ਮੂਰਖ। ਮੂਰਖ ਬੰਦੇ ਦੀਆਂ ਕੁਝ ਨਿਸ਼ਾਨੀਆਂ ਨੇ। ਆਪ ਜੀ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹੋ, ਅਸੰਖ ਮੂਰਖ ਅੰਧ ਘੋਰ। ਅਸੰਖ ਦੇ ਅਰਥ ਕੀ ਨੇ? ਗਿਣਤੀ ਸ਼ੁਰੂ ਹੁੰਦੀ ਹੈ 1 ਤੋਂ, 100 ਤੋਂ, 1000 ਤੋਂ, 10,000, ਲੱਖ, 10 ਲੱਖ, ਕਰੋੜ, 10 ਕਰੋੜ, ਨੀਲ, 10 ਨੀਲ। ਨੀਲ ਤੋਂ ਅੱਗੇ ਜਿਹੜਾ ਆ ਜਾਂਦਾ ਅਸੰਖ। ਅਸੰਖ ਦਾ ਮਤਲਬ ਹੈ ਵੀ ਕੋਈ ਗਿਣਤੀ ਨਹੀਂ ਹੈ, ਕੋਈ ਗਿਣਤੀ ਨਹੀਂ ਹੈ। ਗੁਰੂ ਨਾਨਕ ਮਹਾਰਾਜ ਕਹਿੰਦੇ ਅਸੰਖ ਮੂਰਖ। ਦੁਨੀਆ ਦੇ ਵਿੱਚ ਗਿਣਤੀ ਨਹੀਂ ਕੀਤੀ ਜਾਂਦੀ। ਮਹਾਰਾਜ ਕਹਿੰਦੇ ਇੰਨੀ ਦੁਨੀਆ ਮੂਰਖ ਹੋਈ ਪਈ ਹੈ, ਇੰਨੀ ਦੁਨੀਆ ਮੂਰਖ। ਤੇ ਜੇ ਗੁਰੂ ਨਾਨਕ ਮਹਾਰਾਜ ਐਡੀ ਵੱਡੀ ਗਿਣਤੀ ਕਰਦੇ ਨੇ, ਜਿਹੜੇ ਅਣਗਿਣਤ ਮੂਰਖ ਨੇ, ਉਹ ਅਣਗਿਣਤ ਮੂਰਖ ਜਿਹੜੇ ਨੇ, ਮੂਰਖ ਦੇ ਅਰਥ ਕੀ ਨੇ? ਮੂਰਖ ਦੀਆਂ ਨਿਸ਼ਾਨੀਆਂ ਕੀ ਨੇ? ਮੂਰਖ ਦੇ ਅਰਥ ਨੇ ਮੂਰਖ। ਮੂਰਖ, ਮੂਰਖ, ਸਿਰਫ ਤੇ ਸਿਰਫ ਉਹਨੇ ਆਪਣੀ ਗੱਲ ਹੀ ਮੁੱਖ ਰੱਖਣੀ ਹੈ, ਆਪਣੇ ਮੂੰਹ ਨੂੰ ਮੁੱਖ ਰੱਖਣਾ ਹੈ, ਕਿਸੇ ਦੇ ਮੂੰਹ ਨੂੰ ਮੰਨਦਾ ਨਹੀਂ ਹੈ। ਇਹਨੂੰ ਬਾਬਾ ਨਾਨਕ ਮਹਾਰਾਜ ਜੀ ਮੂਰਖ ਕਹਿੰਦੇ ਨੇ। ਜਿਹੜਾ ਸਿਰਫ ਆਪਣੀ ਗੱਲ ਦੂਜੇ ਨੂੰ ਮਨਾਉਣ ਦੇ ਯਤਨ ਕਰੇ ਤੇ ਦੂਜੇ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ। ਮੂੰਹ ਰੱਖ, ਆਪਣਾ ਮੂੰਹ ਤੇ ਰੱਖ ਲਿਆ, ਕਿਸੇ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ, ਇਹਨੂੰ ਮੂਰਖ ਕਹਿੰਦੇ ਨੇ। ਦੂਜਾ ਮੂਰਖ, ਦੂਜੇ ਉਹ ਨੇ, ਕੋਈ ਮਨੁੱਖ 10, 20, 50 ਜਾਣਿਆਂ ਦੇ ਵਿੱਚ ਖੜਾ ਹੈ, ਸਾਰੇ ਦੇ ਸਾਰੇ ਝੂਠ ਬੋਲ ਰਹੇ ਨੇ, ਸੱਚਾਈ ਦਾ ਇਹਨੂੰ ਪਤਾ ਹੈ, ਪਰ ਇਹ ਇਸ ਗੱਲ ਕਰਕੇ ਚੁੱਪ ਹੈ ਕਿ ਜਿਹੜੇ ਮੇਰੇ ਸਾਹਮਣੇ ਖੜੇ ਨੇ, ਜੇ ਮੈਂ ਬੋਲ ਪਿਆ ਸੱਚਾਈ ਪਤੂ ਤੇ ਇਹਨਾਂ ਦਾ ਕੀ ਮੂੰਹ ਰਹਿ ਜਾਣਾ ਹੈ, ਜਿਹੜੇ ਬੋਲੀ ਜਾਂਦੇ ਨੇ। ਦੂਜਿਆਂ ਦਾ ਮੂੰਹ ਰੱਖਣ ਵਾਸਤੇ
ਸਚਾਈ ਨੂੰ ਪੇਸ਼ ਨਾ ਕਰਨਾ, ਦੂਜਿਆਂ ਦਾ ਮੂੰਹ ਰੱਖਣ ਵਾਸਤੇ ਆਪ ਚੁੱਪ ਹੋ ਗਿਆ, ਇਹਨੂੰ ਮੂਰਖ ਕਹਿੰਦੇ ਨੇ। ਇਹ ਦੋ ਨਿਸ਼ਾਨੀਆਂ ਨੇ ਮੂਰਖ ਬੰਦੇ ਦੀਆਂ। ਹੈ ਤੇ ਅੱਗੇ ਹੋਰ ਵੀ ਬਹੁਤ ਨੇ, ਪਰ ਮੇਨ ਦੋ ਨਿਸ਼ਾਨੀਆਂ ਨੇ ਜਿਹੜੀਆਂ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਮੂਰਖ ਜਿਹਨੂੰ ਕਿਹਾ। ਇੱਕ ਤਾਂ ਸਿਰਫ ਆਪਣਾ ਹੀ ਮੂੰਹ ਰੱਖੀ ਜਾਣਾ, ਆਪ ਹੀ ਬੋਲੀ ਜਾਣਾ, ਆਪਣੇ ਆਪ ਨੂੰ ਸਚਿਆਰ ਸਮਝੀ ਜਾਣਾ ਤੇ ਦੂਜਿਆਂ ਨੂੰ ਪਾਗਲ ਸਮਝੀ ਜਾਣਾ, ਇਹਨੂੰ ਕਹਿੰਦੇ ਨੇ ਮਹਾਰਾਜ ਮੂਰਖ। ਤੇ ਇੱਕ ਦੂਜਿਆਂ ਦਾ ਮੂੰਹ ਰੱਖਣ ਵਾਸਤੇ ਸਚਾਈ ਪੇਸ਼ ਨਾ ਕਰਨੀ, ਚੁੱਪ ਕਰ ਜਾਣਾ, ਇਹਨੂੰ ਮੂਰਖ ਕਹਿੰਦੇ ਨੇ। ਹੁਣ ਇਹੋ ਜਿਹੇ ਬੰਦਿਆਂ ਦੀ ਤੁਸੀਂ ਗਿਣਤੀ ਆਪ ਹੀ ਕਰ ਲਓ ਵੀ ਸਮਾਜ ਦੇ ਵਿੱਚ ਤੁਹਾਨੂੰ ਕਿੰਨੇ ਲੱਭ ਜਾਣਗੇ। ਚਲੋ ਸਮਾਜ ਦੀ ਗੱਲ ਛੱਡ ਦਿਓ, ਸ਼ਹਿਰ ਕਸਬੇ ਦੇ ਵਿੱਚ, ਨਗਰ ਖੇੜੇ ਦੇ ਵਿੱਚ ਦੇਖ ਲਿਓ। ਜੇ ਹੋਰ ਪੈਮਾਨੇ 'ਤੇ ਜਾਣਾ ਹੋਇਆ, ਆਪਣੇ ਪਰਿਵਾਰ 'ਤੇ ਹੀ ਨਜ਼ਰ ਮਾਰ ਕੇ ਦੇਖ ਲਿਓ, ਤੁਹਾਨੂੰ ਪਰਿਵਾਰ ਦੇ ਵਿੱਚੋਂ ਹੀ ਬਹੁਤ ਕੁਛ ਲੱਭ ਜਾਣਾ ਹੈ। ਜਪਜੀ ਸਾਹਿਬ ਦਾ ਅਸੰਖ ਮੂਰਖ ਆਪਣਾ ਮੂੰਹ ਰੱਖ ਕੇ ਗੱਲ ਕਰਨੀ, ਸਿਰਫ ਆਪਣੇ ਆਪ ਨੂੰ ਸਿਆਣਾ ਸਮਝਣਾ, ਮੂਰਖ ਹੈ। ਦੂਜਿਆਂ ਦਾ ਮੂੰਹ ਰੱਖਣ ਵਾਸਤੇ ਆਪ ਚੁੱਪ ਕਰ ਜਾਣਾ, ਸਚਾਈ ਪੇਸ਼ ਨਾ ਕਰਨੀ, ਇਹ ਵੀ ਮੂਰਖ ਹੈ। ਬਾਬਾ ਨਾਨਕ ਕਹਿੰਦੇ ਇਹੋ ਜਿਹੇ ਮੂਰਖਾਂ ਦੀ ਅਸੀਂ ਸੰਸਾਰ ਵਿੱਚ ਗਿਣਤੀ ਨਹੀਂ ਕਰ ਸਕਦੇ ਕਿ ਕਿੰਨੇ ਕਿੰਨੇ ਹੈ, ਵੀ ਸਮਾਜ ਦੇ ਵਿੱਚ ਮਿਲਦੇ ਨੇ। ਮੂਰਖ ਦੇ ਅਰਥ ਇਹੋ ਹੀ ਨੇ, ਅਸੰਖ ਮੂਰਖ, ਅੰਧ ਘੋਰ, ਆਪਣੀ ਗੱਲ, ਸਿਰਫ ਉਹਨਾਂ ਨੇ ਆਪਣੀ ਗੱਲ ਮੂਹਰੇ ਰੱਖ ਲਈ ਹੈ। ਕਹਿੰਦੇ ਲੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਹੀ ਨਹੀਂ ਵੀ ਪਾਣੀ ਦੇ ਵਿੱਚ ਇਹਨਾਂ ਨੇ ਪੱਥਰ ਸੁੱਟਿਆ ਤੇ ਪਾਣੀ ਤੇ ਹੁਣ ਡੁੱਬੇ ਗਈ, ਪਾਣੀ ਦੇ ਵਿੱਚ ਤੇ ਹੁਣ ਪੱਥਰ ਡੁੱਬੇ ਗਏ। ਪਾਣੀ ਦੇ ਵਿੱਚ ਕਦੇ ਪੱਥਰ ਤੈਰਦੇ ਹੁੰਦੇ ਨੇ? ਆਪਣੀ ਗੱਲ ਬੈਠੇ ਬੈਠੇ ਨਹੀਂ ਰੱਖਦੇ। ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਬੈਠੇ ਬੈਠੇ ਆਪਣੀ ਗੱਲ ਮੁੱਖ ਰੱਖ ਲੈਂਦੇ ਹੁੰਦੇ। ਕਈਆਂ ਨੇ ਸੋਚਿਆ, ਕਹਿੰਦੇ ਚੱਲ ਆਪਾਂ ਕਹੀਏ ਤਾਂ ਨਾ ਵੀ ਪਾਣੀ ਦੇ ਵਿੱਚ ਹੁਣ ਪੱਥਰ ਤਾਂ ਡੁੱਬਦਾ ਹੀ ਹੁੰਦਾ ਹੈ, ਚਲੋ ਜਾ ਕੇ ਦੇਖ ਤਾਂ ਲਈਏ ਵੀ ਡੁੱਬਿਆ ਵੀ ਹੈ ਕਿ ਨਹੀਂ ਡੁੱਬਿਆ। ਮਹਾਰਾਜ ਦੇ ਇੰਨੇ ਰੰਗ ਦੇਖਦੇ ਆਪਾਂ, ਚਲੋ ਜਾ ਕੇ ਦੇਖ ਤਾਂ ਲਈਏ। ਕਈਆਂ ਨੇ ਘੜੇ ਦੇ ਕੋਲ ਜਾ ਕੇ ਦੇਖ ਕੇ ਤਸੱਲੀ ਦੇ ਨਾਲ ਮਹਾਰਾਜ ਨੂੰ ਕਿਹਾ ਕਿ ਹਾਂ ਮਹਾਰਾਜ, ਪੱਥਰ ਪਾਣੀ ਦੇ ਵਿੱਚ ਡੁੱਬ ਗਿਆ, ਪਾਣੀ ਦੇ ਵਿੱਚ ਡੁੱਬ ਗਿਆ। ਜਦੋਂ ਸਾਰਿਆਂ ਨੇ ਕਹਿ ਦਿੱਤਾ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾ ਇੱਕ ਸਾਹਮਣੇ ਬੈਠੇ ਹੁੰਦੇ ਸੀ। ਮਹਾਰਾਜ ਇੱਧਰ ਨੂੰ ਮੁਖੜਾ ਕਰਕੇ ਬਹਿੰਦੇ ਸੀ, ਮਹਾਰਾਜ ਵੱਲ ਮੁਖੜਾ ਕਰਕੇ ਬਹਿੰਦੇ ਹੁੰਦੇ ਸੀ। ਭਾਈ ਨੰਦ ਲਾਲ, ਭਾਈ ਨੰਦ ਲਾਲ ਮਹਾਰਾਜ ਦੇ ਸਾਹਮਣੇ ਬੈਠੇ ਸੀ। ਤੇ ਭਾਈ ਨੰਦ ਲਾਲ ਤੇ ਭਾਈ ਗੁਰਦਾਸ ਦੀਆਂ ਵਾਰਾਂ ਜਿਹੜੀਆਂ ਨੇ ਨਾ, ਭਾਈ ਗੁਰਦਾਸ ਦੀਆਂ ਵਾਰਾਂ ਤੇ ਭਾਈ ਨੰਦ ਲਾਲ ਦੀਆਂ ਗਜ਼ਲਾਂ ਅੱਜ ਤੱਕ ਗੁਰੂ ਘਰਾਂ ਦੇ ਵਿੱਚ ਗਾਈਆਂ ਜਾ ਰਹੀਆਂ ਸਨ। ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਵਿੱਚ ਭਾਈ ਨੰਦ ਲਾਲ ਦੀਆਂ ਗਜ਼ਲਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਗਾਈਆਂ ਜਾਂਦੀਆਂ ਸੀ। ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਦੀਆਂ ਗਜ਼ਲਾਂ। ਜਦੋਂ ਸਾਰਿਆਂ ਨੇ ਦੇਖ ਕੇ ਇਹ ਗੱਲ ਕਹਿ ਦਿੱਤੀ ਕਿ ਮਹਾਰਾਜ ਪੱਥਰ ਤੇ ਡੁੱਬ ਗਿਆ, ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਭਾਈ ਇਹ ਪੱਥਰ ਕਿਉਂ ਡੁੱਬ ਗਿਆ, ਕਿਉਂ ਡੁੱਬਿਆ ਹੈ। ਹੁਣ ਇਹ ਸਵਾਲ ਸੀ ਜਿਹੜਾ ਬੜਾ ਅਹਿਮ ਸੀ ਮਹਾਰਾਜ ਦਾ। ਜਦੋਂ ਮਹਾਰਾਜ ਨੇ ਸਵਾਲ ਕੀਤਾ ਕਿ ਭਾਈ ਇਹ ਕਿਉਂ ਡੁੱਬ ਗਿਆ, ਤੇ ਸਾਰੇ ਕਹਿਣ ਲੱਗੇ ਮਹਾਰਾਜ ਹੁਣ ਪਾਣੀ ਦੇ ਵਿੱਚ ਤੇ ਪੱਥਰ ਡੁੱਬਦੇ ਹੁੰਦੇ ਨੇ, ਇਹਦੇ ਵਿੱਚ ਪੁੱਛਣ ਤੇ ਦੱਸਣ ਵਾਲੀ ਕਿਹੜੀ ਗੱਲ ਹੈ, ਤੁਹਾਨੂੰ ਨਹੀਂ ਪਤਾ। ਜਿਹੜੇ ਸਿਆਣੇ ਬੈਠੇ ਸੀ ਉਦੋਂ, ਜਿਹੜੇ ਸਿਆਣੇ ਹੁੰਦੇ ਸੀ, ਆਪਣੀ ਸਿਆਣਪ ਰੱਖਣ ਵਾਲੇ, ਕਹਿੰਦੇ ਮਹਾਰਾਜ ਇਹਦੇ 'ਚ ਪੁੱਛਣ ਵਾਲੀ ਕਿਹੜੀ ਗੱਲ ਹੈ, ਕਿਉਂ ਡੁੱਬ ਗਿਆ। ਪੱਥਰ ਭਾਰਾ ਹੁੰਦਾ ਹੈ ਤੇ ਪਾਣੀ ਦੇ ਵਿੱਚ ਤਾਂ ਪੱਥਰ ਡੁੱਬਦਾ ਹੀ ਆਇਆ ਅੱਜ ਤੱਕ। ਮਹਾਰਾਜ ਕਹਿੰਦੇ ਨਹੀਂ ਭਾਈ, ਫਿਰ ਵੀ ਦੱਸੋ ਕਿ ਕਿਉਂ ਡੁੱਬਿਆ।
ਜਿਹੜੇ ਸਿਆਣੇ ਸੀ ਨਾ, ਉਹ ਤਾਂ ਕਹਿੰਦੇ ਲੈ ਹੁਣ ਮਹਾਰਾਜ ਦੇ ਦਿਮਾਗ ਦਾ ਕੀ ਬੁੱਝ ਗਏ, ਕਿਉਂ ਡੁੱਬਿਆ, ਦੱਸੀ ਤਾਂ ਜਾਂਦੇ ਵੀ ਕਿਉਂ ਡੁੱਬਿਆ, ਵੀ ਪੱਥਰ ਭਾਰਾ ਹੁੰਦਾ ਤੇ ਪਾਣੀ ਦੇ ਵਿੱਚ ਡੁੱਬ ਜਾਂਦਾ। ਕੀ ਬੁੱਝ ਗਏ ਦਿਮਾਗ ਦਾ? ਭਾਈ ਨੰਦ ਲਾਲ ਮਹਾਰਾਜ ਦੇ ਸਾਹਮਣੇ ਬੈਠੇ ਸੀ, ਮੰਜੀ ਦੇ ਕੋਲ ਮਹਾਰਾਜ ਦੇ ਨੀਵੀਂ ਪਾ ਕੇ ਬੈਠੇ ਰਹੇ, ਤੇ ਭਾਈ ਨੰਦ ਲਾਲ ਨੂੰ ਪੁੱਛ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕਹਿੰਦੇ ਨੰਦ ਲਾਲ ਸਾਰੀ ਸੰਗਤ ਬੋਲੀ ਜਾਂਦੀ ਹੈ, ਸਾਰੀ ਸੰਗਤ ਬੋਲੀ ਜਾਂਦੀ ਹੈ, ਪਰ ਤੂੰ ਲੰਮੇ ਸਮੇਂ ਦਾ ਚੁੱਪ ਕਿਉਂ ਬੈਠਾ ਹੈ? ਜਦੋਂ ਸਾਰੇ ਬੋਲੀ ਜਾਂਦੇ ਨੇ ਤੂੰ ਚੁੱਪ ਕਿਉਂ ਬੈਠਾ ਹੈ? ਖੜਾ ਹੋ ਗਿਆ ਭਾਈ ਨੰਦ ਲਾਲ, ਗਲ ਵਿੱਚ ਪੱਲੂ ਪਾਇਆ ਮਹਾਰਾਜ ਦੇ, ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਹੈ, ਮਹਾਰਾਜ ਬਸ ਸੰਗਤ ਬੋਲੀ ਜਾਂਦੀ ਹੈ, ਤੁਸੀਂ ਬੋਲੀ ਜਾਂਦੇ ਹੋ, ਮੈਂ ਤੇ ਬਚਨ ਸੁਣਦਾ ਪਿਆ ਸੀ, ਮੈਂ ਤੇ ਬਚਨਾਂ ਨੂੰ ਸੁਣਦਾ ਸੀ। ਕਹਿੰਦੇ ਨਹੀਂ ਨੰਦ ਲਾਲ ਤੂੰ ਵੀ ਕੁਛ ਬੋਲ, ਬਾਕੀ ਤਾਂ ਸਾਰੇ ਬੋਲ ਗਏ, ਬਾਕੀਆਂ ਦਾ ਤਾਂ ਸੁਣ ਲਿਆ ਨਾ ਮਹਾਰਾਜ ਨੇ, ਬਾਕੀਆਂ ਨੂੰ ਤਾਂ ਦੇਖ ਲਿਆ ਕਿ ਇਹਨਾਂ ਦੀ ਜਿਹੜੀ ਸੋਚਣੀ ਹੈ ਉਹ ਕਿੰਨੀ ਕੁੱਚੀ ਹੈ। ਗੁਰਬਾਣੀ ਦੇ ਵਿੱਚ ਇੱਕ ਨਕਸ਼ਾ ਖਿੱਚਿਆ ਮਹਾਰਾਜ ਨੇ ਕਿ ਮਨੁੱਖ ਦੀ ਸੋਚ ਦੇ ਮੁਤਾਬਕ ਮਨੁੱਖਤਾ ਦਾ ਪਤਾ ਲੱਗਦਾ ਹੈ ਕਿ ਇਹ ਕਿੰਨੀ ਕੁ ਸੁਰਤ ਦਾ, ਉੱਚੀ ਸੁਰਤ ਦਾ ਮਾਲਕ ਹੈ। ਜਿਸ ਤਰ੍ਹਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿਹੜੀਆਂ ਜਾਤਾਂ ਪਾਤਾਂ ਸੀ ਉਦੋਂ ਬਣੀਆਂ ਨਾ, ਉਦੋਂ ਬੰਦੇ ਦੇ ਸੁਭਾਅ ਨੂੰ ਦੇਖ ਕੇ ਹੀ ਅੰਦਾਜ਼ਾ ਲਾਇਆ ਜਾਂਦਾ ਹੁੰਦਾ ਸੀ। ਕਈ ਬੰਦੇ ਹੁੰਦੇ ਸੀ ਉਦੋਂ ਜਿਹੜੇ ਕੇਵਲ ਤੇ ਕੇਵਲ ਬਹੁਤਾ ਭਾਰ ਚੱਕ ਕੇ, ਭਾਰ ਢੋ ਕੇ, ਜ਼ੋਰ ਵਾਲਾ ਕੰਮ ਕਰਕੇ ਰਾਜੀ ਹੁੰਦੇ ਸੀ, ਦਿਮਾਗ ਵਾਲਾ ਕੰਮ ਉਹਨਾਂ ਤੋਂ ਹੁੰਦਾ ਨਹੀਂ ਸੀ। ਉਹਨਾਂ ਨੂੰ ਭਾਰ ਚੁਕਾ ਦਿਓ ਜਿੰਨਾ ਮਰਜ਼ੀ, ਹੱਥਾਂ ਪੈਰਾਂ ਦੇ ਨਾਲ ਕੰਮ ਕਰਾ ਲਓ ਜਿੰਨਾ ਮਰਜ਼ੀ, ਪਰ ਦਿਮਾਗ ਲੈਵਲ 'ਤੇ ਜਿਹੜੇ ਉਹ ਬਹੁਤੇ ਕਾਮਯਾਬ ਨਹੀਂ ਹੁੰਦੇ ਸੀ। ਉਹਨਾਂ ਨੂੰ ਉਹਨਾਂ ਸਮਿਆਂ ਦੇ ਵਿੱਚ ਸੂਦਰ ਕਿਹਾ ਜਾਂਦਾ ਸੀ। ਕਈ ਮਨੁੱਖ ਹੁੰਦੇ ਸੀ ਜਿਹੜੇ ਹੱਥਾਂ ਪੈਰਾਂ ਦੇ ਨਾਲ ਕੰਮ ਕਰਨ ਤੋਂ ਪਹਿਲਾਂ ਆਪਣਾ ਦਿਮਾਗ ਖਰਚ ਕਰਦੇ ਹੁੰਦੇ ਸੀ। ਹੱਥਾਂ ਪੈਰਾਂ ਦੇ ਨਾਲ ਕੰਮ ਬਾਅਦ ਦੇ ਵਿੱਚ ਕਰਦੇ, ਪਹਿਲਾਂ ਆਪਣਾ ਦਿਮਾਗ ਲੜਾਉਂਦੇ ਸੀ। ਉਹਨਾਂ ਦੇ ਸੁਭਾਅ ਨੂੰ ਦੇਖ ਕੇ ਉਹਨਾਂ ਦਾ ਨਾਮ ਰੱਖਿਆ ਗਿਆ, ਉਹਨਾਂ ਨੂੰ ਕਿਹਾ ਗਿਆ ਬ੍ਰਾਹਮਣ। ਖੱਤਰੀ, ਬ੍ਰਾਹਮਣ, ਸੂਦ, ਵੈਸ। ਖੱਤਰੀਆ ਤੇ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਚਲੋ ਮੈਂ ਇੱਧਰਲੇ ਪਾਸੇ ਨਾ ਜਾਵਾਂ, ਗੁਰੂ ਸਾਹਿਬ ਜੀ ਕਿਰਪਾ ਕਰਨ। ਉਹਨਾਂ ਸਮਿਆਂ ਦੇ ਵਿੱਚ ਸੁਭਾਅ ਨੂੰ ਦੇਖ ਕੇ ਬੰਦੇ ਦਾ ਨਾਮ ਰੱਖਿਆ ਜਾਂਦਾ ਸੀ, ਤੇ ਨਾਮ ਰੱਖਿਆ ਜਾਂਦਾ ਸੀ ਤੇ ਉਹਨਾਂ ਸੁਭਾਅ ਤੋਂ ਹੀ ਸੀ ਜਿਹੜੀ ਉਹ ਜਾਤ ਪਾਤ ਸ਼ੁਰੂ ਹੋ ਗਈ ਸੀ। ਹੋਰ ਕੋਈ ਜਾਤ ਪਾਤ ਨਹੀਂ। ਪਰਮਾਤਮਾ ਦੇ ਘਰ ਦੇ ਵਿੱਚ ਜਾਤ ਜਨਮ ਤੋਂ ਨਹੀਂ ਮੰਨੀ ਜਾਂਦੀ, ਜਾਤ ਕਰਮਾਂ ਤੋਂ ਮੰਨੀ ਜਾਂਦੀ ਹੈ। ਜਿਹੋ ਜਿਹੇ ਬੰਦਾ ਕਰਮ ਕਰਦਾ ਹੈ, ਤੇ ਕਰਮ ਮਨੁੱਖ ਦੇ ਕਿਹੋ ਜਿਹੇ ਨੇ, ਇਹ ਮਨੁੱਖ ਦੇ ਕਰਮਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਮਨੁੱਖ ਹੈ ਤੇ ਇਹ ਦੇਹੀ ਤਾਂ ਮਨੁੱਖ ਵਾਲੀ ਹੈ, ਪਰ ਇਹ ਕਿਹੋ ਜਿਹੇ ਸੁਭਾਅ ਦਾ ਹੈ। ਜੇ ਕੋਈ ਮਨੁੱਖ ਲਗਾਤਾਰ
ਕਿਸੇ ਨੂੰ ਮਾਰ ਕੇ ਖਤਮ ਕਰਕੇ ਰਾਜੀ ਹੈ ਤੇ ਸਮਝ ਲੈਣਾ ਵੀ ਸ਼ੇਰ ਜੰਗਲ ਦੇ ਵਿੱਚ ਬਘਿਆੜ ਇਹੋ ਹੀ ਕਰਮ ਕਰਦੇ ਨੇ। ਹਮੇਸ਼ਾ ਆਪਣੀ ਤਾਕਤ ਦੀ ਅਜ਼ਮਾਇਸ਼ ਕਰਦਾ ਹੈ, ਹਮੇਸ਼ਾ ਆਪਣੇ ਸਰੀਰ ਦੀ ਤਾਕਤ ਦਿਖਾ ਕੇ ਕੰਮ ਕਰਦਾ ਹੈ। ਤੋ ਜੰਗਲ ਦੇ ਵਿੱਚ ਕਿਸੇ ਜਾਨਵਰ ਨੂੰ ਦੇਖ ਲੈਣਾ, ਤੁਸੀਂ ਸਾਰੇ ਜਾਨਵਰਾਂ ਦੇ ਨਾਮ ਜਾਣਦੇ ਹੋ, ਦੇਖਦੇ ਹੋ ਸਾਰਾ ਕੁਛ। ਆਪਣੀ ਬੁੱਧੀ ਦੀ ਜਾਨਵਰਾਂ ਦੇ ਨਾਲ ਤੁਲਨਾ ਕਰ ਲੈਣੀ, ਆਪਣੇ ਆਪ ਹੀ ਬੰਦੇ ਨੂੰ ਪਤਾ ਲੱਗ ਜੂ ਕਿ ਮੈਂ ਕਿਹੜੀ ਸ਼੍ਰੇਣੀ ਦੇ ਵਿੱਚ ਚੱਲਿਆ ਫਿਰਦਾ। ਦੇਹੀ ਤਾਂ ਬੰਦਿਆਂ ਵਾਲੀ ਹੈ, ਪਰ ਮੈਂ ਕਰਮ ਕਿਹੜੇ ਜਾਨਵਰ ਵਾਲੇ ਕਰ ਰਿਹਾ, ਆਪੇ ਪਤਾ ਲੱਗ ਜੂ। ਬਸ ਮੈਂ 100 ਗੱਲ ਨੂੰ ਇੱਕ ਗੱਲ ਦੇ ਵਿੱਚ ਮੁਕਾ ਦੇਵਾਂ ਕਿ ਜਿਹੋ ਜਿਹੀ ਆਪਣੀ ਬੁੱਧੀ ਹੋਈ, ਆਪਣੇ ਕਰਮਾਂ ਨੂੰ ਕਿਸੇ ਜਾਨਵਰ, ਪਸ਼ੂ ਜਾਂ ਪੰਛੀ ਦੇ ਨਾਲ ਲਾ ਲੈਣਾ, ਆਪਣੇ ਆਪ ਹੀ ਪਤਾ ਲੱਗ ਜਾਣਾ ਬੰਦੇ ਨੂੰ ਕਿ ਹਾਂ ਤਾਂ ਮੈਂ ਬੰਦਾ, ਪਰ ਮੇਰੀ ਜਿਹੜੀ ਸੋਚਣੀ ਹੈ, ਮੇਰੇ ਜਿਹੜੇ ਕਰਮ ਹੈ, ਉਹ ਕਿਹੜੇ ਜਾਨਵਰ ਵਰਗੇ ਨੇ। ਮਹਾਰਾਜ ਨੇ ਐਵੇਂ ਨਹੀਂ ਕਿਹਾ ਸੀ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਕਿਹਾ। ਉਹ ਮਹਾਰਾਜ ਨੇ ਇਸੇ ਤੇਰੀ ਜਾਤ ਜਨਮ ਤੋਂ ਨਹੀਂ ਦੇਖੀ ਜਾਣੀ ਕਿ ਤੂੰ ਕਿਹਦੇ ਘਰੇ ਜਨਮਿਆ, ਤੇਰੀ ਜਾਤ ਕਰਮਾਂ ਤੋਂ ਦੇਖੀ ਜਾਣੀ ਹੈ ਕਿ ਤੂੰ ਕਰਮ ਕਿਹੋ ਜਿਹੇ ਕਰਦਾ, ਕਰਮ ਤੇਰੇ ਕਿਹੋ ਜਿਹੇ ਨੇ। ਕਰਮ ਇੱਥੇ ਕਰਮ ਦੇਖੇ ਜਾਣੇ ਨੇ, ਕਿਸੇ ਮਨੁੱਖ ਦੀ ਦੇਹੀ ਨੂੰ ਨਹੀਂ ਦੇਖਿਆ ਜਾਂਦਾ, ਕਰਮ ਦੇਖੇ ਜਾਣੇ ਨੇ। ਤੇ ਕਰਮ ਤੂੰ ਕੀ ਕਰੇ ਨੇ। ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਤੇਰੇ ਸਾਰੇ ਦੇ ਸਾਰੇ ਕਰਮ ਦੇਖਣੇ ਨੇ ਕਿ ਜੋ ਤੇਰੀ ਡਿਊਟੀ ਲਾਈ ਸੀ, ਉਹ ਡਿਊਟੀ ਤੂੰ ਆਪਣੀ ਪੂਰਨ ਨਿਭਾਈ ਹੈ ਜਾਂ ਨਹੀਂ ਨਿਭਾਈ। ਪੁੱਛਣਾ ਹੈ ਮਹਾਰਾਜ ਨੇ। ਇੱਕ ਘਰ ਸੁੰਨਾ ਹੋਵੇ, ਉਹਨੂੰ ਕੋਈ ਚੋਰ ਲੁੱਟ ਕੇ ਲੈ ਜਾਣ, ਵੱਖਰੀ ਗੱਲ ਹੈ, ਪਰ ਜਿਹੜੇ ਘਰ ਦੇ ਵਿੱਚ ਇੱਕ ਚੌਂਕੀਦਾਰ ਬਿਠਾਇਆ ਹੋਵੇ, ਜੇ ਫਿਰ ਵੀ ਚੋਰ ਲੁੱਟ ਕੇ ਲੈ ਜਾਣ ਤੇ ਫਿਰ ਤੇ ਉਹ ਲਾਂਭਾ ਚੌਂਕੀਦਾਰ ਨੂੰ ਪੁੱਛਿਆ ਜਾਣਾ ਨੇ ਵੀ ਤੂੰ ਸੀ, ਚੋਰੀ ਕਿਵੇਂ ਹੋ ਗਈ। ਗੱਲ ਤੇ ਇਕੱਲੀ ਚੌਂਕੀਦਾਰ ਤੇ ਆ ਜਾਣੀ ਹੈ। ਮਹਾਰਾਜ ਨੇ ਇਹ ਸੰਸਾਰ ਦੇ ਵਿੱਚ ਸਾਨੂੰ ਭੇਜਿਆ, ਅਗਰਵਾਈਜ਼ ਜੇ ਸਾਡੇ ਘਰ ਦੇ ਵਿੱਚ ਜਿਸ ਘਰ ਦੇ ਮਾਲਕ ਹਾਂ ਅਸੀਂ, ਜੇ ਉਸ ਜਗ੍ਹਾ ਤੇ ਕੋਈ ਗਲਤ ਕਰਮ ਹੁੰਦਾ, ਉਹਦਾ ਲੇਖਾ ਸਾਥੋਂ ਮੰਗਿਆ ਜਾਣਾ ਵੀ ਤੈਨੂੰ ਬਿਠਾਇਆ ਸੀ ਤੂੰ ਕਰਮ ਕਰਕੇ ਕੀ ਆਇਆ, ਪੁੱਛਿਆ ਜਾਣਾ ਮਹਾਰਾਜ ਦੇ ਦਰ ਤੇ। ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਣਾ ਹੈ, ਜੇ ਪਿਓ ਬਣਿਆ ਸੀ, ਜੇ ਮਾਂ ਬਣੀ ਸੀ, ਤੇ ਆਪਣੀ ਜਿਹੜੀ ਤੇਰੀ ਔਲਾਦ ਸੀ ਉਹ ਕੇਸ ਕਿਉਂ ਕਟਵਾਉਂਦੇ ਰਹੇ। ਬਾਜਾਂ ਵਾਲੇ ਨੇ ਪੁੱਛਣਾ ਹੈ, ਪੁੱਛਣਾ ਹੈ ਮਹਾਰਾਜ ਨੇ ਸਭ ਕੁਛ ਸਾਥੋਂ। ਤੇਰੀ ਡਿਊਟੀ ਲਗਾਈ ਸੀ, ਤੈਨੂੰ ਚੌਂਕੀਦਾਰ ਬਣਾਇਆ ਸੀ, ਤੇਰੇ ਚੌਂਕੀਦਾਰ ਦੇ ਹੁੰਦਿਆਂ ਹੋਇਆਂ ਵੀ ਚੋਰੀ ਹੋ ਗਈ, ਫਿਰ ਵੀ ਤੂੰ ਆਪਣੇ ਪੂਰਨ ਰੂਪ ਦੇ ਵਿੱਚ ਤਸੱਲੀ ਬਖਸ਼ ਆਪਣੇ ਚੰਗੇ ਸੰਸਕਾਰ ਆਪਣੀ ਔਲਾਦ ਨੂੰ ਨਹੀਂ ਦੇ ਸਕਿਆ। ਪੁੱਛਣਾ ਹੈ ਮਹਾਰਾਜ ਨੇ ਸਾਥੋਂ। ਇਹ ਦੁਨੀਆਦਾਰੀ ਦੇ ਵਿੱਚ ਤੇ ਮਾਂ ਪਿਓ ਦੀਆਂ ਤਾਂ ਧੌਣਾ ਇਸੇ ਕਰਕੇ ਉੱਚੀਆਂ ਹੋਈਆਂ ਕਿ ਅਸੀਂ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਦੇ ਹਾਂ। ਪਤਾ ਤੇ ਉੱਥੇ ਲੱਗੂ ਜਦੋਂ ਮਹਾਰਾਜ ਨੇ ਲੇਖਾ ਮੰਗਿਆ। ਅੱਜ ਵੀ ਗੁਰਬਾਣੀ ਪੁੱਛਦੀ ਹੈ, ਤੇਰੀ ਜ਼ਿੰਮੇਵਾਰੀ ਕੀ ਲਾਈ ਸੀ, ਕਰੀ ਕੀ ਜਾਣਾ, ਪੁੱਛਦੇ ਨੇ ਨਾ ਸਤਿਗੁਰ। ਪਰ ਜਿਹੜੇ ਇਹੋ ਜਿਹੇ ਬਚਨ ਨੇ ਮਹਾਰਾਜ ਦੇ, ਉਹ ਤਾਂ ਅਸੀਂ ਮੰਨਣੇ ਨਹੀਂ, ਉਹ ਤਾਂ ਸਖਤ ਬਚਨ ਨੇ ਨਾ। ਅਸੀਂ ਤਾਂ ਮਹਾਰਾਜ ਦੇ ਉਹੀ ਬਚਨ ਮੰਨਣੇ ਜਿਹੜੇ ਬਚਨਾਂ ਦੇ ਵਿੱਚ ਸਾਡੀ ਕੋਈ ਮਾੜੀ ਮੋਟੀ ਸਿਫਤ ਹੁੰਦੀ ਹੋਵੇ, ਸਲਾਂਘਾ ਹੁੰਦੀ ਹੋਵੇ, ਮਹਾਰਾਜ ਸਾਡੀ ਉਸਤਤ ਕਰਦੇ ਹੁਣ, ਅਸੀਂ ਤਾਂ ਉਹ ਬਚਨ ਮੰਨਣੇ ਨੇ। ਇਹ ਮਹਾਰਾਜ ਦੇ ਅਸੀਂ ਬਚਨ ਨਹੀਂ ਮੰਨਣੇ, ਕਿਉਂਕਿ ਇਹ ਤਾਂ ਮਹਾਰਾਜ ਸਖਤ ਬਚਨ ਵਰਤਦੇ ਨੇ ਵੀ ਤੇਰੀ ਜ਼ਿੰਮੇਵਾਰੀ ਲਾਈ ਹੈ, ਤੂੰ ਕਹਿਣਾ ਕਿ ਸਾਰਾ ਕੁਛ ਮੇਰਾ ਹੈ। ਠੀਕ ਹੈ, ਤੈਨੂੰ ਸਾਰਾ ਕੁਝ ਇੰਨਾ ਕੁਝ ਮਹਾਰਾਜ ਨੇ ਸੌਂਪਿਆ ਹੈ, ਇਹ ਤੈਨੂੰ ਸਾਰਾ ਕੁਝ ਸੌਂਪਿਆ ਸੀ, ਤੈਨੂੰ ਇਹਦਾ ਚੌਂਕੀਦਾਰ ਬਣਾਇਆ ਸੀ ਵੀ ਇਹਦੀ ਪਹਿਰੇਦਾਰੀ ਕਰੀ, ਤੇ ਪਹਿਰੇਦਾਰੀ ਫਿਰ ਤੂੰ ਚੰਗੀ ਤਰ੍ਹਾਂ ਨਾਲ ਨਹੀਂ ਕੀਤੀ। ਇਹ ਤਾਂ ਸਾਰਾ ਕੁਝ ਹੀ ਲੁੱਟਿਆ ਗਿਆ ਤੇਰੇ ਘਰ ਦਾ। ਤੇਰੇ ਘਰ ਦੇ ਵਿੱਚੋਂ ਤਾਂ ਸੰਸਕਾਰ ਹੀ ਚਲੇ ਗਏ, ਤੇਰੇ ਘਰ ਦੇ ਵਿੱਚੋਂ ਸਿਮਰਨ ਬੰਦਗੀ ਚਲੀ ਗਈ,
तेरे घर दे विचों तां सारा कुछ ही चलिया गया। महाराज कहंदे तैनूं चौकीदार बनाया सी, फिर सारा कुछ लुट्टिया किवें गया? ये गल दा लेखा होना है। मत कोई भुलेखे दे विच रहो। इन्हां गल्लां दा लेखा होना भी तैनूं चौकीदार बनाया सी। दस फिर चौकीदार हुंदा तूं किन्ना कि इतिहास दा होका दिंदा रहे अपने घर दे विच। दस चौकीदार हुंदा होया तूं किन्ना क गुरबाणी पढ़दा रहे अपने घर दे विच। दस फिर चौकीदार महाराज दा हुंदा होया तूं किन्ना क गुरु दे नाल अपने परिवार नूं ते अपने कुटुंब नूं जोड़दा रहे। इन्हां सारियां गल्लां दा लेखा होना है। कोई ये ना समझे भी बाबा नानक तां कल्ले गुरु घर दे विच ही है। जिथे भी बहने हो, जिथे भी उठदे हो, जिथे भी सौंदे हो, हर एक जगह ते सर्व व्यापक बाबा नानक साडे नाल है। हर एक जगह ते नाल है। ते कल्ला कल्ला कर्म जिहड़ा है वो बंदे दा लिखिया जा रहा है ते कल्ले कल्ले कर्म दा इहदा लेखा होना है। जिन्ना जिन्ना इन्हें कर्म कीते ने ना वो सारे दे सारे दा कर्मां दा लेखा होना है कि तेरी ड्यूटी लाई सी चौकीदार दी, 10 पहरा दिंदा रहा। जे पहरा दिंदा रहा तो तेरे पहरे देण दे बावजूद चोरी किवें हो गई? तेरी औलाद ने केस किवें कटवाते? तेरी औलाद क्यों नहीं परमात्मा दे नाम दे नाल जुड़ी? क्यों नहीं सिमरन बंदगी तेरी औलाद करदी? वो इस करके नहीं करदी क्योंकि हुण चौकीदार ही बेईमान होया पिया है। बोलो सतनाम। चौकीदार नूं तां आप नहीं पता भी मैनूं खड़ाया काहदे वास्ते इत्थे। चौकीदार तां ये कहंदा है, कहंदे हाँ तां मैं चौकीदार पर मैं सारा कुछ बाहरों लुट के लिया के अपने घर दे विच रखी जावां ताकि मेरी औलाद जिहड़ी है वो सौखी रहे। चौकीदारां ने ये काम शुरू कर लिया। महाराज कहंदे तैनूं इस करके बिठाया सी ताकि कोई भी घर लुटिया ना जावे। लुटे जाण दा मतलब की है? महाराज कहंदे इस देही अंदर पंच चोर वसै, काम क्रोध लोभ मोह अहंकारा, अमृत लूटै मनमुख ने बूझै, कोई ना सुनै पुकारा। पंज चोर इस देही दे विच है, तेरे घर दे विच है। उन्हां चोरां तो तू आप बचना ते अपने कुटुंब नूं बचाउणा। ये चौकीदारा तू करना सी ते कोई कर्म करदा नहीं है। काम क्रोध लोभ मोह अहंकारा, पंज चोर लगे हुए ने, लगातार लुट रहे ने। चौकीदार मौज दे नाल सुत्ता पिया अपने घर दे विच। महाराज कहंदे फिक्र ना कर, इन्हां गल्लां दा तेरा लेखा होना है। इन्हां गल्लां दा लेखा होना है। गुरु साहिब जी महाराज कहंदे सुभाव नूं देख के मनुख दा नाम रखिया जांदा सी। जात पात कोई नहीं सी। जात जन्म तो नहीं, जात कर्मां तो है कि कर्म किहो जे करदा मनुख। बस आपो अपने जिहो जे कर्म करते हैं वो कर्मां दे अनुसार आपे अंदाजे लगा लेने। जे किसी तो अंदाजा ना लगे कि मैं किहदे वर्गे कर्म करदा है, वो फिर होर कोई कर्म ना करियो। किसी नूं पुछियो भी ना, क्योंकि जिन्हों तुसीं पुछोगे हो सकदा तुहानूं झूठ दस दे, ओह तुहाडी उम्र दी लिहाज कर जे जां तुहाडी किसी पदवी दी लिहाज कर जे, किसी भी प्रकार की लिहाज करके थोथों गल लुको सकता है। ये तो केवल ते केवल गुरु ग्रंथ साहिब जी महाराज ने जे आके अरदास करोगे, बेनती करोगे, बाणी पढ़ोगे, सुनोगे, महाराज गुरु अर्जन देव साहब महाराज तुहानूं दस देणगे कि तुसीं हैं तां बंदे ते कर्म किहड़े जानवरां वाले करदे फिरदे हो। महाराज दसणगे। फिर महाराज नहीं किसी तो लुको के रखते, कुछ भी सामने कर देंदे ने। मनुख दे सब कुछ सामने आ जाता है, मनुख का असलीयत चेहरा। फिर गुरु साहिब जी महाराज कहते ने, अकाल पुरख महाराज जी कहते इन्हां कर्मां दा तेरा लेखा जोखा होना है। कर्म चंगे करया कर। महाराज कहते गुरु साहिब जी महाराज की कृपा दे नाल सारियां ने देख के हैरान। भाई नंद लाल जी ने हथ जोड़े महाराज दे अगे। महाराज कहन लगे नंद लाल तू भी कुछ बोल कि पत्थर पानी दे विच क्यों डुब गया। हुण जिहड़े तां सियाणे सी उन्हां दा भट भट बोलता। कहंदे ले महाराज तुहानूं पता ही नहीं गा पत्थर तां पानी दे विच डुबदा हुंदा, पत्थर भारा हुंदा, डुब गया। नंद लाल ने नहीं कहा सी। नंद लाल नूं जदों महाराज ने पुछया
ਤੇ ਨੰਦ ਲਾਲ ਦੇ ਅੱਖਾਂ ਦੇ ਵਿੱਚੋਂ ਅਥਰੂ ਵਹਿਣੇ ਸ਼ੁਰੂ ਹੋ ਗਏ, ਅਥਰੂ ਵਹਿਣੇ ਸ਼ੁਰੂ ਹੋ ਗਏ। ਸਾਰੇ ਸੰਗਤ ਜਿਹੜੀ ਸੀ ਦੇਖ ਕੇ ਹੈਰਾਨ ਰਹਿ ਗਈ। ਸੰਗਤ ਨੂੰ ਪਤਾ ਸੀ ਕਿ ਨੰਦ ਲਾਲ ਕੋਈ ਇਹੋ ਜਿਹੀ ਸੋਚ ਇਹਨਾਂ ਦੀ ਵੱਡੀ ਹੈ, ਇਹ ਕੋਈ ਇਹੋ ਜਿਹੀ ਗੱਲ ਕਰਨਗੇ ਜਿਹੜੀ ਆਪਾਂ ਗੱਲ ਨਹੀਂ ਕਰ ਸਕੇ। ਭਾਈ ਨੰਦ ਲਾਲ ਨੇ ਹੱਥ ਜੋੜੇ, ਅਥਰੂ ਵਹਿਣੇ ਸ਼ੁਰੂ ਹੋ ਗਏ। ਧੰਨ ਕਲਗੀਧਰ ਮਹਾਰਾਜ ਕਹਿਣ ਲੱਗੇ, ਨੰਦ ਲਾਲ ਕੀ ਗੱਲ, ਕਹਿੰਦੇ ਤੈਨੂੰ ਇਹੋ ਜਿਹਾ ਕਰਮ ਅਸੀਂ ਕੀ ਬੋਲਿਆ ਜਿਹਦੇ ਕਾਰਨ ਕਰਕੇ ਤੇਰੀਆਂ ਅੱਖਾਂ ਦੇ ਵਿੱਚੋਂ ਅਥਰੂ ਵਹਿਣੇ ਸ਼ੁਰੂ ਹੋ ਗਏ ਨੇ। ਕਲਗੀਧਰ ਮਹਾਰਾਜ ਨੂੰ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਇਹ ਪੱਥਰ ਜਿਹੜਾ ਸੀ ਇਹ ਪਾਣੀ ਦੇ ਵਿੱਚ ਨਹੀਂ ਡੁੱਬਿਆ, ਇਹ ਤਾਂ ਮਹਾਰਾਜ ਤੁਹਾਡੇ ਹੱਥ ਦੇ ਵਿੱਚੋਂ ਛੁੱਟ ਗਿਆ ਤਾਂ ਪਾਣੀ ਦੇ ਵਿੱਚ ਡੁੱਬ ਗਿਆ। ਜੇ ਤੁਹਾਡੇ ਹੱਥ 'ਚ ਰਹਿੰਦਾ ਇਹਨੇ ਪਾਣੀ 'ਚ ਨਹੀਂ ਡੁੱਬਣਾ ਸੀ। ਬੋਲੋ ਸਤਨਾਮ। ਜੇ ਤੁਹਾਡੇ ਹੱਥ ਦੇ ਵਿੱਚ ਰਹਿੰਦਾ ਇਹਨੇ ਪਾਣੀ 'ਚ ਨਹੀਂ ਡੁੱਬਣਾ ਸੀ। ਮਹਾਰਾਜ ਜਿਹੜੇ ਇਸ ਦੁਨੀਆਦਾਰੀ ਦੇ ਲੋਕ ਨੇ, ਇਹ ਜਿਹੜੇ ਤੁਹਾਡੇ ਹੱਥ ਦੇ ਵਿੱਚ ਰਹਿਣਗੇ ਉਹ ਸੰਸਾਰ ਦੇ ਵਿੱਚ ਡੁੱਬਣਗੇ ਨਹੀਂ, ਜਿਹੜੇ ਤੁਹਾਡੇ ਹੱਥ ਦੇ ਵਿੱਚੋਂ ਨਿਕਲ ਗਏ ਸੰਸਾਰ ਦੇ ਵਿੱਚ ਡੁੱਬ ਕੇ ਖਤਮ ਹੋ ਜਾਣਗੇ। ਨੰਦ ਲਾਲ ਦਾ ਇਹ ਜਵਾਬ ਸੁਣ ਕੇ ਸਾਰੀ ਸੰਗਤ ਦੰਗ ਰਹਿ ਗਈ ਕਿ ਭਾਈ ਨੰਦ ਲਾਲ ਦੀ ਇੰਨੀ ਸੋਚ ਉੱਚੀ। ਧੰਨ ਕਲਗੀਧਰ ਮਹਾਰਾਜ ਜੀ ਕਹਿਣ ਲੱਗੇ, ਨੰਦ ਲਾਲ ਗੱਲ ਤੁਸਾਂ ਦੀ ਬੜੀ ਸੱਚੀ ਹੈ ਕਿ ਵਾਕਈ ਜਿਹੜਾ ਆਪਣੇ ਗੁਰੂ ਦੇ ਹੱਥ ਦੇ ਵਿੱਚ ਰਹਿ ਜੇ ਉਹ ਨਹੀਂ ਡੁੱਬਦਾ, ਜਿਹੜਾ ਹੱਥ ਦੇ ਵਿੱਚੋਂ ਛੁੱਟ ਗਿਆ ਉਹ ਡੁੱਬ ਜਾਂਦਾ ਹੈ। ਤੇ ਦੁਨੀਆ ਤੇ ਮੱਲੋ ਮੱਲੀ ਧੱਕੇ ਦੇ ਨਾਲ ਮਹਾਰਾਜ ਦੇ ਹੱਥ ਦੇ ਵਿੱਚੋਂ ਛੁੱਟਦੇ ਨੇ ਕਿ ਨਹੀਂ ਮਹਾਰਾਜ ਸਾਨੂੰ ਪਦਾਰਥ ਪਿਆਰੇ ਨੇ, ਸਾਨੂੰ ਆਪਣੇ ਘਰ ਮਕਾਨ ਮਹਿਲ ਬੰਗਲੇ, ਸਾਡੀ ਔਲਾਦ, ਸਾਡੇ ਰਿਸ਼ਤੇਦਾਰ, ਸਾਡਾ ਐਡਾ ਵੱਡਾ ਕੁਟੁੰਬ ਉਹ ਸਾਨੂੰ ਪਿਆਰਾ ਹੈ। ਮਹਾਰਾਜ ਤੂੰ ਕੋਈ ਸਾਨੂੰ ਬਹੁਤਾ ਪਿਆਰਾ ਨਹੀਂ ਲੱਗਦਾ। ਇਹ ਪਤਾ ਅੰਦਾਜ਼ੇ ਕਿੱਥੋਂ ਲੱਗਦੇ ਨੇ? ਇਹ ਅੰਦਾਜ਼ੇ ਲੱਗਦੇ ਨੇ, ਆਪ ਜੀ ਅੰਦਾਜ਼ੇ ਲਾ ਲਿਆ ਕਰੋ ਜ਼ਿੰਦਗੀ ਦੇ ਵਿੱਚ, ਤੁਲਨਾ ਜੀ ਕਰ ਲਿਆ ਕਰੋ ਘਰੇ ਬੈਠੇ, ਕਦੇ ਵਿਹਲੇ ਹੋਣ 10 ਮਿੰਟ ਤੁਲਨਾ ਕਰ ਲਿਆ ਕਰੋ। ਮਹਾਰਾਜ ਵਾਸਤੇ 24 ਘੰਟਿਆਂ ਦੇ ਵਿੱਚੋਂ ਸਮਾਂ ਕਿੰਨਾ ਕੱਢਿਆ ਤੇ ਆਪਣੀ ਔਲਾਦ ਵਾਸਤੇ ਕਿੰਨਾ ਕੱਢਿਆ, ਤੁਲਨਾ ਕਰ ਲਿਓ ਕਦੇ। ਤੁਲਨਾ ਹੋ ਜੇ ਕਦੇ ਤੇ ਆਪੇ ਹੀ ਕਰ ਲਿਆ ਕਰੋ ਕਿ ਮਹਾਰਾਜ ਦਾ ਸਿਮਰਨ ਬੰਦਗੀ ਘਰ ਦੇ ਵਿੱਚ ਬੈਠ ਕੇ ਕਿੰਨਾ ਟਾਈਮ ਕੀਤਾ ਹੈ ਤੇ ਘਰ ਦੇ ਵਿੱਚ ਗਾਲਾਂ ਆਥਣ ਨੂੰ ਕਿੰਨੀਆਂ ਕੱਢ ਕੇ, ਤੁਲਨਾ ਕਰ ਲਿਆ ਕਰੋ। ਆਪੇ ਹੀ ਕਦੇ ਤੁਲਨਾ ਕਰ ਲਿਆ ਕਰੋ ਕਿ ਮਹਾਰਾਜ ਦੇ ਹੁਕਮ ਨੂੰ ਮੰਨ ਕੇ ਅਸੀਂ ਸੋਚਿਆ ਕਿੰਨਾ ਕੁ ਚੰਗਾ ਕਿਸੇ ਵਾਸਤੇ, ਤੇ ਸ਼ਾਮ ਤੱਕ ਲਿਖ ਲਿਆ ਕਰੋ ਕਿ ਮਨ ਦੇ ਵਿੱਚ ਕਿੰਨੇ ਬੁਰੇ ਖਿਆਲ ਆਏ ਸੀ ਕਿ ਕਿਸੇ ਦਾ ਘਰ ਉਜੜ ਜਾਵੇ ਤੇ ਸਾਡਾ ਵਸ ਜਾਵੇ। ਬੁਰੇ ਖਿਆਲ ਕਿੰਨੇ ਆਏ ਤੇ ਚੰਗੇ ਕਿੰਨੇ ਕੁ ਆਏ, ਅੰਦਾਜ਼ਾ ਆਪੇ ਲਾ ਲਿਓ। ਅੰਦਾਜ਼ਾ ਆਪੇ ਹੀ ਲਾ ਲਿਓ ਕਿ ਦੁਨੀਆਦਾਰੀ ਦੇ ਚੱਕਰ ਦੇ ਵਿੱਚ ਅਸੀਂ ਫਸ ਕੇ, ਇਹ ਦੁਨੀਆਦਾਰੀ ਦੇ ਵਿੱਚ ਖਚਤ ਹੋ ਕੇ 24 ਘੰਟਿਆਂ ਦੇ ਵਿੱਚ ਦੁਨੀਆਦਾਰੀ ਦੇ ਵਿੱਚ ਕਿੰਨਾ ਟਾਈਮ ਰਹੇ ਤੇ ਗੁਰੂ ਦਾ ਹੁਕਮ ਮੰਨ ਕੇ ਆਪਣੇ ਘਰ ਦੇ ਵਿੱਚ ਚੌਂਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਿੰਨਾ ਟਾਈਮ ਕੀਤਾ। ਅੰਦਾਜ਼ਾ ਆਪੇ ਲਾ ਲਿਓ। ਬਸ ਉੱਥੋਂ ਹੀ ਪਤਾ ਲੱਗ ਜਾਣਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਮਹਾਰਾਜ ਦੇ ਹੱਥ ਦੇ ਵਿੱਚ ਆ ਜਾਂ ਮਹਾਰਾਜ ਦੇ ਹੱਥ ਦੇ ਵਿੱਚੋਂ ਧੱਕੇ ਦੇ ਨਾਲ ਛੁੱਟ ਕੇ ਅਸੀਂ ਦੁਨੀਆਦਾਰੀ ਦੇ ਵਿੱਚ ਡੁੱਬਣਾ ਚਾਹੁੰਦੇ ਹਾਂ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਨੰਦ ਲਾਲ ਨੇ ਜਦੋਂ ਇਹ ਬਚਨ ਕਹੇ ਸਾਰੀ ਸੰਗਤ ਹੈਰਾਨ ਰਹਿ ਗਈ। ਕਹਿਣ ਲੱਗੇ, ਨੰਦ ਲਾਲ ਵਾਕਈ ਤੁਹਾਡੀ ਜਿਹੜੀ ਸੋਚਣੀ ਹੈ, ਤੁਹਾਡੀ ਜਿਹੜੀ ਸੋਚ ਹੈ, ਤੁਹਾਡੇ ਜਿਹੜੇ ਬੋਲ ਨੇ ਨੰਦ ਲਾਲ ਇਹ ਬੜੇ ਉੱਚੇ ਤੇ ਸੁੱਚੇ ਨੇ। ਸਾਡੀ ਸੋਚ ਇੰਨੀ ਉੱਚੀ ਸੁੱਚੀ ਨਹੀਂ ਹੈ, ਕਿਉਂਕਿ ਅਸੀਂ ਤਾਂ ਬੈਠਿਆਂ ਨੇ ਕਹਿ ਦਿੱਤਾ ਸੀ ਕਿ ਪਾਣੀ ਦੇ ਵਿੱਚ ਤੇ ਪੱਥਰ ਡੁੱਬਦਾ ਹੀ ਹੁੰਦਾ ਹੈ। ਮਹਾਰਾਜ ਕਹਿੰਦੇ ਕਿਉਂ ਡੁੱਬ ਗਿਆ? ਕਹਿੰਦੇ ਅਸੀਂ ਬੈਠਿਆਂ ਨੇ ਸੋਚ ਲਿਆ ਸੀ ਪੱਥਰ ਭਾਰਾ ਹੁੰਦਾ, ਪਰ ਭਾਈ ਨੰਦ ਲਾਲ ਵਰਗੇ ਤੇਰੇ ਵਰਗੇ ਬਚਨ ਦੁਨੀਆਦਾਰੀ ਦੇ ਵਿੱਚ ਕਿਸੇ ਦੇ ਹੋਰ ਨਹੀਂ ਹੋ ਸਕਦੇ। ਕਲਗੀਧਰ ਮਹਾਰਾਜ ਕਹਿਣ ਲੱਗੇ, ਐ ਨੰਦ ਲਾਲ ਬੜੇ ਸੋਚ ਉੱਚੇ ਸੋਚ ਦੇ ਮਾਲਕ ਹੋ ਤੁਸੀਂ। ਭਾਈ ਨੰਦ ਲਾਲ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਲੰਮਾ ਸਮਾਂ ਰਹੇ ਨੇ। ਉਹਨਾਂ ਦੀਆਂ ਗਜ਼ਲਾਂ ਗੁਰੂ ਘਰਾਂ ਦੇ ਵਿੱਚ ਭਾਈ ਨੰਦ ਲਾਲ ਦੀਆਂ ਗਜ਼ਲਾਂ ਸੀ ਜਿਹੜੀਆਂ ਉਹ ਗਾਈਆਂ ਜਾਂਦੀਆਂ ਸੀ। ਹੁਣ ਤਾਂ ਗੁਰੂ ਘਰਾਂ ਦੇ ਵਿੱਚੋਂ ਜਪਜੀ ਸਾਹਿਬ ਦਾ ਪਾਠ ਵੀ ਬੰਦ ਹੋਣ ਵਾਲਾ ਹੈ। ਕਿਹੜੇ ਗਾਉਂਦੇ ਨੇ ਹੁਣ? ਕਦੇ ਦੇਖਿਆ ਤੁਸੀਂ ਕੋਈ 5 ਬਾਣੀਆਂ ਦਾ ਨਿਤਨੇਮ ਗਾਉਂਦਾ ਜਪ? ਹੁਣ ਤਾਂ ਸਾਰਾ ਕੁਛ ਹੀ ਬੰਦ ਕਰਦੇ ਜਾਂਦੇ ਨੇ ਦਿਨੋਂ ਦਿਨ।
सब कुछ कहते बंद कर दो, सारा कुछ बंद करी जाओ। गुरु साहब जी महाराज कहन लगे बंद तो कर दोगे पर आने वाले समय दे विच पछताउणा तुसीं है। सारा कुछ बंद तो कर दोगे, बंद तो कर लेना, हुण तो सारा कुछ रेडीमेड ही हो गया। किसी नूं लोड़ ही नहीं करनी पैंदी खेचल, सारे कामां दी खेचल है जिहड़ी, जिहड़े हत्थां पैरां दे नाल सेवा करनी सी महाराज दी, वो भी बंदे ने अपनी हौली हौली अपने अनुकूल कर ली है, वो भी खत्म है। वो भी हुण हौली हौली जिहड़ा है महाराज कहंदे जिन्ना कुछ तो जिमें जिमें महाराज दे दूर जावेगा तैनूं उवें उवें नेड़े आउणा पैना महाराज दे कोले। उच्ची सोच दा मालक तां बनेगा जे तू महाराज दा सिमरन करेगा, बंदगी करेगा, गुरबाणी नूं पढ़ेगा, गुरबाणी नूं सुनेगा। इहदे नाल मनुख दी सोच उच्ची होनी है, वरना मनुख दी जिहड़ी सोचनी है ये कोई बहुती उच्ची नहीं जानी। अकाल पुरख महाराज जी किरपा करते हैं। आपां एक उद्यम उपराला कर लैंदे हां, नितनेम कर्म अनुसार कर लैंदे हां उद्यम उपराला। महाराज आपे कदे रंग भाग लाउणगे, आपे अकाल पुरख महाराज अपने चरनां दी प्रीत बख्शणगे। समाप्ति दा समा होया, भुल्लां चुक्कां दी खिमा आईयां संगतां दा बहुत धन्नवाद। प्रेम दे नाल सारी संगत बुलायो फतेह। वाहिगुरू जी का खालसा, वाहिगुरू जी की फतेह।